ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਕੈਨੇਡੀਅਨ 7 ਦੇ ਨਾਲ। ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਸ਼ੀਤਲ ਠਾਕੁਰ। ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਫੇਸਬੁੱਕ ਨੂੰ ਝਟਕਾ, ਭੇਦਭਾਵ ਦੇ ਮਾਮਲੇ ਦੇ ਵਿੱਚ ਅਮਰੀਕੀ ਸਰਕਾਰ ਨੂੰ ਅਦਾ ਕਰਨੇ ਪੈਣਗੇ $14 ਮਿਲੀਅਨ। FDA ਨੇ ਮੋਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ। ਨਰਸ ਦਾ ਨਵਾਂ ਕਾਰਾ, ਮਰੀਜ਼ਾਂ ਨੂੰ ਲਗਾਏ ਹਵਾ ਨਾਲ ਭਰੇ ਇੰਜੈਕਸ਼ਨ, ਤੜਫ ਕੇ 4 ਵਿਅਕਤੀਆਂ ਦੀ ਹੋਈ ਮੌਤ। ਕੈਨੇਡਾ ਸਰਕਾਰ ਨੇ ਗੈਰ ਜ਼ਰੂਰੀ ਟਰੈਵਲ ਖਿਲਾਫ ਜਾਰੀ ਐਡਵਾਈਜ਼ਰੀ ਹਟਾਈ। ਰੈਸਟੋਰੈਂਟ ਤੇ ਜਿਮ ਦੇ ਲਈ ਤੈਅ ਕੀਤੀ ਗਈ ਕੈਪੈਸਿਟੀ ਲਿਮਿਟ ਅਗਲੇ ਹਫ਼ਤੇ ਤੋਂ ਹਟਾਏਗੀ ontario ਸਰਕਾਰ। ਖਤਮ ਹੋ ਜਾ ਰਿਹਾ ਕੈਨੇਡਾ ਰਿਕਵਰੀ ਬੈਨੀਫਿਟ। ਭਾਰਤ ਨੇ ਕੋਵਿਡ ਟੀਕੇ ਦੀਆਂ 100 ਕਰੋੜ ਖੁਰਾਕਾਂ ਦੇ ਨਾਲ ਰਚ ਦਿੱਤਾ ਇਤਿਹਾਸ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 10 ਵਜੇ ਕੀਤਾ ਦੇਸ਼ ਨੂੰ ਸੰਬੋਧਨ। ਸਿੰਘੂ ਬਾਰਡਰ ਤੇ ਮਜ਼ਦੂਰ ਦੀ ਕੁੱਟਮਾਰ ਕਰਨ ਤੇ ਲੱਤ ਤੋੜਨ ਦੇ ਦੋਸ਼ ਦੇ ਵਿੱਚ ਨਿਹੰਗ ਗ੍ਰਿਫਤਾਰ। ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਹਲਚਲ, ਜਿਸ ਕੈਪਟਨ ਸੰਦੀਪ ਸੰਧੂ ਤੇ ਪ੍ਰਗਟ ਸਿੰਘ ਤੇ ਲਗਾਏ ਸਨ ਧਮਕਾਉਣ ਦੇ ਦੋਸ਼, ਉਸ ਦੇ ਹੱਕ ਦੇ ਵਿੱਚ ਕੀਤੀ ਰੈਲੀ। ਜਲੰਧਰ ਜ਼ਿਲ੍ਹੇ ਦੇ ਵਿੱਚ ਕਰੋਨਾ ਮਗਰੋਂ ਡੇਂਗੂ ਨੇ ਪਸਾਰੇ ਪੈਰ, 12 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਗਿਣਤੀ ਪਹੁੰਚੀ 178 ਤੇ। ਮੁੱਖ ਮੰਤਰੀ ਚੰਨੀ ਦੀ ਪੁਲਿਸ ਅਧਿਕਾਰੀਆਂ ਨੂੰ 2 ਟੁਕ ਕਿਹਾ ਠੀਕ ਢੰਗ ਨਾਲ ਨਿਭਾਓ ਡਿਊਟੀ। ਹਰੀਸ਼ ਰਾਵਤ ਤੇ ਕੈਪਟਨ ਦਾ ਵੱਡਾ ਹਮਲਾ, ਖੇਰੂ ਕਰ ਦਿੱਤੀ ਪੰਜਾਬ ਕਾਂਗਰਸ। ਕੇਂਦਰ ਸਰਕਾਰ ਦੀ ਜਨਤਾ ਨੂੰ ਮਹਿੰਗਾਈ ਦੀ ਡੋਜ਼, ਅੱਜ ਫਿਰ ਵਧੇ ਪੈਟਰੋਲ ਡੀਜ਼ਲ ਦੇ ਭਾਅ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਅਮਰੀਕੀ ਕਰਮਚਾਰੀਆਂ ਦੇ ਨਾਲ ਭੇਦਭਾਵ ਕੀਤਾ ਅਤੇ ਸੰਘੀ ਭਾਰਤੀ ਨਿਯਮਾਂ ਦੀ ਉਲੰਘਣਾ ਕੀਤੀ। ਹੁਣ ਫੇਸਬੁੱਕ ਨਾਗਰਿਕ ਦਾਅਵਿਆਂ ਦੇ ਨਿਪਟਾਰੇ ਦੇ ਲਈ ਅਮਰੀਕੀ ਸਰਕਾਰ ਨੂੰ $14.25 ਮਿਲੀਅਨ ਤੱਕ ਦੇ ਭੁਗਤਾਨ ਕਰਨ ਦੇ ਲਈ ਰਾਜ਼ੀ ਹੋ ਗਈ ਹੈ। ਨਿਆਂ ਵਿਭਾਗ ਨੇ ਪਿਛਲੇ ਸਾਲ ਦਸੰਬਰ ਦੇ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਸੀ, ਜਿਸ ਦੇ ਵਿੱਚ ਫੇਸਬੁੱਕ ਤੇ H-1B ਵੀਜ਼ਾ ਰੱਖਣ ਵਾਲਿਆਂ ਦੇ ਸਮੇਤ ਅਸਥਾਈ ਕਰਮਚਾਰੀਆਂ ਦੀ ਭਰਤੀ ਨੂੰ ਤਰਜੀਹ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਅਜਿਹੇ ਵੀਜ਼ਾ ਤਕਨੀਕੀ ਕੰਪਨੀਆਂ ਦੇ ਦੁਆਰਾ ਵਿਆਪਕ ਤੌਰ ਤੇ ਵਰਤੇ ਜਾਂਦੇ ਨੇ। ਨਿਆਂ ਵਿਭਾਗ ਦੇ ਨਾਗਰਿਕ ਅਧਿਕਾਰ ਵਿਭਾਗ ਦੇ ਸਹਾਇਕ US ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਨੇ ਫੇਸਬੁੱਕ ਦੇ ਨਾਲ ਹੋਏ ਸਮਝੌਤੇ ਨੂੰ ਇਤਿਹਾਸਕ ਵੀ ਦੱਸਿਆ। ਕਲਾਰਕ ਨੇ ਅਮਰੀਕਾ ਦੇ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਕਾਨੂੰਨ ਦਾ ਹਵਾਲਾ ਦਿੰਦਿਆਂ ਹੋਇਆਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੇ ਭੇਦਭਾਵ ਦੇ ਵਿਰੋਧੀ ਵਿਵਸਥਾ ਦੇ 35 ਸਾਲਾਂ ਦੇ ਇਤਿਹਾਸ ਦੇ ਵਿੱਚ ਨਾਗਰਿਕ ਅਧਿਕਾਰ ਵਿਭਾਗ ਦੁਆਰਾ ਲਗਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਨਾਗਰਿਕ ਸਜ਼ਾ ਹੈ। ਅਮਰੀਕੀ ਸਰਕਾਰ ਨੇ ਕਿਹਾ ਕਿ ਫੇਸਬੁੱਕ ਨੇ ਅਮਰੀਕੀ ਵਿਅਕਤੀਆਂ ਨੂੰ ਉਹਨਾਂ ਨੌਕਰੀਆਂ ਦੇ ਲਈ ਭਰਤੀ ਜਾਂ ਫਿਰ ਕੰਮ ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ, ਜਿਹੜੀਆਂ ਵੀਜ਼ਾ ਧਾਰਕਾਂ ਦੀ PERM ਪ੍ਰੋਗਰਾਮ ਦੇ ਤਹਿਤ ਰਾਖਵੀਆਂ ਨੇ। ਇਸ ਨੇ ਫੇਸਬੁੱਕ ਤੇ ਸੰਭਾਵੀ ਤੌਰ ਦੇ ਉੱਤੇ ਰੈਗੂਲੇਟਰੀ ਭਰਤੀ ਉਲੰਘਣਾ ਦਾ ਦੋਸ਼ ਵੀ ਲਗਾਇਆ। ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਅਸੀਂ ਪੱਕਾ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਆਪਣੇ ਅਸਥਾਈ ਲੇਬਰ ਸਰਟੀਫਿਕੇਸ਼ਨ ਅਭਿਆਸਾਂ ਦੇ ਵਿੱਚ ਸੰਘੀ ਸਰਕਾਰ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਾਂ। ਅਸੀਂ ਚੱਲ ਰਹੇ ਮੁਕੱਦਮੇਬਾਜ਼ੀ ਨੂੰ ਖਤਮ ਕਰਨ ਅਤੇ ਸਾਡੇ PRM ਪ੍ਰੋਗਰਾਮ ਦੇ ਨਾਲ ਅੱਗੇ ਵਧਣ ਦੀ ਸਮਝੌਤੇ ਤੇ ਪਹੁੰਚ ਗਏ ਹਾਂ। ਅਮਰੀਕਾ ਤੇ ਦੁਨੀਆ ਭਰ ਦੇ ਸਰਵੋਤਮ ਨਿਰਮਾਤਾਵਾਂ ਦੀ ਨਿਯੁਕਤੀ ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਣਾ ਹੈ। ਇਹ ਬੰਦੋਬਸਤ ਉਸ ਸਮੇਂ ਹੋਏ ਨੇ ਜਦੋਂ ਫੇਸਬੁੱਕ ਨੂੰ ਹੋਰ ਕਾਰੋਬਾਰੀ ਅਭਿਆਸਾਂ ਨੂੰ ਲੈ ਕੇ ਅਮਰੀਕੀ ਸਰਕਾਰ ਤੋਂ ਵੱਧਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੇਸਬੁੱਕ ਨੂੰ ਇਸ ਮਹੀਨੇ US ਦੇ ਸੰਸਦ ਮੈਂਬਰਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ, ਜਦੋਂ ਕਿ ਕੰਪਨੀ ਦੇ ਸਾਬਕਾ ਕਰਮਚਾਰੀ ਅਤੇ ਵਿਸਲਰ ਬੋਲਰ ਫ੍ਰਾਂਸਿਸ ਹੈਗੌਨ ਨੇ ਇਸ ਉੱਤੇ ਉਪਭੋਗਤਾ ਦੀ ਸੁਰੱਖਿਆ ਦੇ ਪ੍ਰਤੀ ਲਾਪਰਵਾਹ ਹੋਣ ਦੇ ਨਾਲ ਵਧੇਰੇ ਮੁਨਾਫੇ ਦੇ ਲਈ ਦਬਾਅ ਪਾਉਣ ਦਾ ਵੀ ਦੋਸ਼ ਲਗਾਇਆ ਸੀ। ਹਾਂਗਰ ਨੇ ਹਜ਼ਾਰਾਂ ਦਸਤਾਵੇਜ਼ ਕਾਂਗਰਸ ਦੇ ਜਾਂਚਕਰਤਾਵਾਂ ਨੂੰ ਸੌਂਪੇ ਸਨ। ਇਸ ਚਿੰਤਾ ਦੇ ਵਿਚਕਾਰ ਹੀ ਫੇਸਬੁੱਕ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਸਮਾਜਿਕ ਵੰਡ ਨੂੰ ਉਤਸ਼ਾਹ ਵੀ ਕਰ ਸਕਦੀ ਹੈ। ਕੰਪਨੀ ਨੇ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਇਨਕਾਰ ਕੀਤਾ। ਮੰਗਲਵਾਰ ਦੇ ਨਿਪਟਾਰੇ ਦੇ ਵਿੱਚ ਨਿਆਂ ਵਿਭਾਗ ਨੇ ਕਿਹਾ ਕਿ ਫੇਸਬੁੱਕ ਨੇ ਅਮਰੀਕੀ ਕਰਮਚਾਰੀਆਂ ਨੂੰ ਰੋਕਣ ਦੇ ਲਈ ਤਿਆਰ ਕੀਤੀਆਂ ਗਈਆਂ ਭਾਰਤੀ ਪ੍ਰਥਾਵਾਂ ਦੀ ਵਰਤੋਂ ਕੀਤੀ, ਜਿਵੇਂ ਕਿ ਅਹੁਦਿਆਂ ਦੇ ਲਈ ਬਿਨੇ ਕਰਨ ਵਾਲੇ ਅਮਰੀਕੀ ਵਿਅਕਤੀਆਂ ਨੂੰ ਸਿਰਫ ਡਾਕ ਰਾਹੀਂ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਲੋੜ, ਅਹੁਦੇ ਦੇ ਲਈ ਅਰਜ਼ੀ ਦੇਣ ਵਾਲੇ ਅਮਰੀਕੀ ਵਿਅਕਤੀਆਂ ਦੇ ਬਾਰੇ ਵਿਚਾਰ ਕਰਨ ਤੋਂ ਇਨਕਾਰ ਕਰਨਾ ਅਤੇ ਸਿਰਫ ਅਸਥਾਈ ਵੀਜ਼ਾ ਧਾਰਕਾਂ ਨੂੰ ਕੰਮ ਤੇ ਰੱਖਣਾ। ਕਿਰਤ ਵਿਭਾਗ ਨੇ ਇਸ ਸਾਲ ਫੇਸਬੁੱਕ ਦੀਆਂ ਬਕਾਇਆ PERM ਅਰਜ਼ੀਆਂ ਦੀ ਆਡਿਟ ਕੀਤੀ ਅਤੇ ਕੰਪਨੀ ਦੇ ਭਰਤੀ ਦੇ ਯਤਨਾਂ ਦੇ ਬਾਰੇ ਹੋਰ ਚਿੰਤਾਵਾਂ ਦਾ ਵੀ ਖੁਲਾਸਾ ਕੀਤਾ। US ਸੋਲਿਸਿਟਰ ਆਫ ਲੇਬਰ ਸੀਮਾ ਨੰਦਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਫੇਸਬੁੱਕ ਕਾਨੂੰਨ ਤੋਂ ਉੱਪਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਿਰਤ ਵਿਭਾਗ ਇਹ ਸੁਨਿਸ਼ਚਿਤ ਕਰਨ ਦੇ ਲਈ ਵਚਨਬੱਧ ਹੈ ਕਿ ਕਰਮਚਾਰੀਆਂ ਦੇ ਦੁਆਰਾ ਪਰਮ ਪ੍ਰਕਿਰਿਆ ਦਾ ਦੁਰਉਪਯੋਗ ਨਾ ਕੀਤਾ ਜਾਵੇ, ਉਹਨਾਂ ਦੇ ਆਕਾਰ ਅਤੇ ਪਹੁੰਚ ਦੀ ਪਰਵਾਹ ਕੀਤੇ ਬਿਨਾਂ। ਉਧਰ ਅਮਰੀਕਾ ਦੇ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਨੂੰ ਬੂਸਟਰ ਡੋਜ਼ ਦੇ ਲਈ ਮੋਡਰਨਾ ਤੇ ਜੌਨਸਨ ਦੀ ਵੈਕਸੀਨ ਦੇ ਨਾਲ ਹੁਣ 3 ਕਰੋਨਾ ਵੈਕਸੀਨ ਦੀ ਮਿਕਸ ਐਂਡ ਮੈਚ ਟੀਕਾਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। US FDA ਦੇ ਇਸ ਕਦਮ ਦੇ ਨਾਲ ਕਰੋਨਾ ਵੈਕਸੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਅਤੇ ਡਾਕਟਰਾਂ ਦੇ ਕੋਲ ਇੱਕ ਹੋਰ ਵੈਕਸੀਨ ਦਾ ਬਦਲ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਮਾਹਰਾਂ ਦੀ ਕਮੇਟੀ ਨੂੰ ਵੈਕਸੀਨ ਦੀ ਮਿਕਸ ਐਂਡ ਮੈਚ ਦੇ ਇੱਕ ਅਧਿਐਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਅਧਿਐਨ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ। ਮਾਹਰਾਂ ਨੇ ਦੱਸਿਆ ਕਿ ਮਿਕਸ ਐਂਡ ਮੈਚ ਦੇ ਅਧਿਐਨ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ ਜੌਨਸਨ
ਜੌਨਸਨ ਦੀ ਸਿੰਗਲ ਡੋਜ਼ ਵਾਲੀ ਵੈਕਸੀਨ ਦੀ ਲਈ ਸੀ, ਉਹਨਾਂ ਨੇ ਬੂਸਟਰ ਵਜੋਂ ਮੋਡਰਨਾ ਦੀ ਵੈਕਸੀਨ ਲਗਵਾਈ ਸੀ। ਅਜਿਹੇ ਲੋਕਾਂ ਦੇ ਸਰੀਰ ਦੇ ਵਿੱਚ 15 ਦਿਨ ਦੇ ਅੰਦਰ ਐਂਟੀਬਾਡੀ ਦਾ ਪੱਧਰ 76 ਗੁਣਾ ਵੱਧ ਗਿਆ, ਜਦਕਿ ਜੌਨਸਨ ਐਂਡ ਜੌਨਸਨ ਦੀ ਬੂਸਟਰ ਡੋਜ਼ ਲੈਣ ਵਾਲਿਆਂ ਦੇ ਵਿੱਚ ਐਂਟੀਬਾਡੀ ਸਿਰਫ 4 ਗੁਣਾ ਹੀ ਵਧੀ ਹੈ। ਮਾਹਰਾਂ ਦੀ ਕਮੇਟੀ ਦੇ ਅਧਿਐਨ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਨੇ, ਉਸ ਨੂੰ ਦੇਖਣ ਤੋਂ ਬਾਅਦ ਪਹਿਲਾਂ ਹੀ ਇਸ ਗੱਲ ਤੇ ਚਰਚਾ ਹੋ ਰਹੀ ਹੈ ਕਿ FDA ਬੁੱਧਵਾਰ ਤੱਕ ਬੂਸਟਰ ਡੋਜ਼ ਦੇ ਰੂਪ ਦੇ ਵਿੱਚ ਮੋਡਰਨਾ ਤੇ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਲਗਾਉਣ ਦੀ ਇਜਾਜ਼ਤ ਦੇ ਸਕਦਾ ਹੈ। ਹਾਲਾਂਕਿ WHO ਦਾ ਕਹਿਣਾ ਹੈ ਕਿ ਭਲੇ ਹੀ ਮਿਕਸ ਐਂਡ ਮੈਚ ਵੈਕਸੀਨੇਸ਼ਨ ਦੇ ਨਤੀਜੇ ਆਸ਼ਾਜਨਕ ਦਿਖਾਈ ਦੇ ਰਹੇ ਨੇ, ਪਰ ਵਪਾਰਕ ਪੱਧਰ ਤੇ ਇਸ ਨੂੰ ਲਾਗੂ ਕਰਨ ਦੇ ਲਈ ਇਸ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਦੇ ਲਈ ਵੱਡੇ ਅਧਿਐਨ ਦੀ ਲੋੜ ਹੈ। ਉਧਰ ਅਮਰੀਕਾ ਦੇ ਵਿੱਚ ਇੱਕ ਸੀਰੀਅਲ ਕਿਲਰ ਮਰਦ ਨਰਸ ਨੂੰ 4 ਮਰੀਜ਼ਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਮਰਦ ਨਰਸ ਵਿਲੀਅਮ ਡੇਵਿਸ ਨੇ ਮਰੀਜ਼ਾਂ ਦੀ ਨਾੜਾਂ ਦੇ ਵਿੱਚ ਹਵਾ ਦੇ ਇੰਜੈਕਸ਼ਨ ਲਗਾ ਕੇ ਉਹਨਾਂ ਦੀ ਜਾਨ ਲੈ ਲਈ। ਖਬਰਾਂ ਦੇ ਮੁਤਾਬਕ 37 ਸਾਲਾ ਵਿਲੀਅਮ ਡੇਵਿਸ ਨੇ ਟੈਕਸਾਸ ਦੇ ਮੰਨੇ-ਪ੍ਰਮੰਨੇ ਹਸਪਤਾਲ ਦੇ ਵਿੱਚ ਹਾਰਟ ਸਰਜਰੀ ਕਰਵਾ ਕੇ ਰਿਕਵਰ ਹੋ ਰਹੇ ਮਰੀਜ਼ਾਂ ਨੂੰ ਤੜਫਾ ਕੇ ਮਾਰ ਦਿੱਤਾ। ਉਸਨੇ ਇਹਨਾਂ ਵਾਰਦਾਤਾਂ ਨੂੰ ਜੂਨ 2017 ਤੋਂ ਜਨਵਰੀ 2018 ਦੇ ਦਰਮਿਆਨ ਅੰਜਾਮ ਦਿੱਤਾ। ਇਸ ਕੇਸ ਦੇ ਵਕੀਲਾਂ ਨੇ ਕੋਰਟ ਦੇ ਵਿੱਚ ਦੱਸਿਆ ਹੈ ਕਿ ਡੇਵਿਸ ਨੇ ਜਾਣਬੁੱਝ ਕੇ ਮਰੀਜ਼ਾਂ ਦੀਆਂ ਨਾੜੀਆਂ ਦੇ ਵਿੱਚ ਹਵਾ ਦਾ ਇੰਜੈਕਸ਼ਨ ਲਗਾਇਆ ਸੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਵਕੀਲਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਡੇਵਿਸ ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ। ਰਿਪੋਰਟ ਦੇ ਅਨੁਸਾਰ ਵਕੀਲ ਗੇਟਵੁੱਡ ਨੇ ਕਿਹਾ ਕਿ ਵਿਲੀਅਮ ਡੇਵਿਸ ਦਾ ਇਰਾਦਾ ਸਿਰਫ ਇਹ ਸੀ ਕਿ ਉਹ ਲੋਕਾਂ ਨੂੰ ਮਾਰਨਾ ਪਸੰਦ ਕਰਦੇ ਨੇ। ਉਹਨਾਂ ਨੂੰ ਮਰੀਜ਼ਾਂ ਨੂੰ ਹਵਾ ਨਾਲ ਭਰ ਕੇ ਟੀਕੇ ਲਗਾਉਣ ਦਾ ਮਜ਼ਾ ਆਉਂਦਾ ਸੀ। ਉਹਨਾਂ ਨੇ ਹਸਪਤਾਲ ਦੇ ਕਮਰੇ ਦੇ ਵਿੱਚ ਲੱਗੇ CCTV ਦੀ ਫੁਟੇਜ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਡੇਵਿਸ ਮਰੀਜ਼ਾਂ ਨੂੰ ਕਮਰੇ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਹਵਾ ਦਾ ਇੰਜੈਕਸ਼ਨ ਲਗਾਉਂਦਾ ਸੀ ਅਤੇ ਫਿਰ ਕਮਰੇ ਦੀ ਇੱਕ ਨੁੱਕਰ ਵਿੱਚ ਖੜਾ ਹੋ ਕੇ ਉਹਨਾਂ ਨੂੰ ਤੜਫਦੇ ਵੇਖਦਾ ਰਹਿੰਦਾ ਸੀ। ਅਜਿਹਾ ਉਹ ਇਸ ਦੇ ਲਈ ਕੀ ਕਰਦਾ ਸੀ ਕਿਉਂਕਿ ਉਸ ਨੂੰ ਇਸ ਵਿੱਚ ਮਜ਼ਾ ਆਉਂਦਾ ਸੀ। ਉਧਰ ਡੇਵਿਸ ਦੇ ਵਕੀਲ ਨੇ ਕਿਹਾ ਕਿ ਉਸ ਦਾ ਬਚਾਅ ਕਰਦਿਆਂ ਹੋਇਆਂ ਕਿਹਾ ਕਿ ਉਸ ਦਾ ਸੁਖੀ ਪਰਿਵਾਰ ਹੈ, ਉਸ ਦੀ ਪਤਨੀ ਅਤੇ 2 ਬੱਚੇ ਨੇ, ਉਸ ਦੇ ਕੋਲ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ। ਫਿਲਹਾਲ ਸਮਿਥ ਕਾਉਂਟੀ ਜ਼ਿਲ੍ਹਾ ਅਦਾਲਤ ਨੇ ਡੇਵਿਸ ਨੂੰ 4 ਲੋਕਾਂ ਦੇ ਕਤਲ ਦਾ ਦੋਸ਼ੀ ਵੀ ਠਹਿਰਾਇਆ। ਅਗਲੀ ਸੁਣਵਾਈ ਤੇ ਸਜ਼ਾ ਹੁਣ ਸੁਣਾਈ ਜਾਵੇਗੀ। ਰਿਪੋਰਟ ਦਾ ਮੰਨੀਏ ਤਾਂ ਉਸ ਨੂੰ ਉਮਰ ਕੈਦ ਜਾਂ ਫਿਰ ਮੌਤ ਦੀ ਸਜ਼ਾ ਹੋ ਸਕਦੀ ਹੈ। ਵਕੀਲਾਂ ਨੇ ਮੌਤ ਦੀ ਸਜ਼ਾ ਦੀ ਵੀ ਮੰਗ ਕੀਤੀ ਹੈ। ਉਧਰ ਕੈਨੇਡੀਅਨ ਸਰਕਾਰ ਨੇ ਚੁੱਪ-ਚਪੀਤਿਆਂ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਦੇ ਸੰਬੰਧੀ ਐਡਵਾਈਜ਼ਰੀ ਹਟਾ ਲਈ ਹੈ। ਮਾਰਚ 2020 ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ। ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਪੋਸਟ ਕੀਤੇ ਗਏ ਟਰੈਵਲ ਨੋਟਿਸ ਦੇ ਉੱਤੇ ਟਰੈਵਲਰਸ ਨੂੰ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਖਿਲਾਫ ਜਾਰੀ ਐਡਵਾਈਜ਼ਰੀ ਨੂੰ ਹੁਣ ਨੋਟਿਸ ਦੇ ਵਿੱਚ ਬਦਲ ਦਿੱਤਾ ਗਿਆ, ਜਿਸ ਵਿੱਚ ਇਹ ਆਖਿਆ ਗਿਆ ਸੀ ਕਿ ਕਿਸੇ ਦੀ ਟ੍ਰਿਪ ਤੋਂ ਪਹਿਲਾਂ ਸਾਰੇ ਟਰੈਵਲਰਸ ਆਪਣਾ ਮੁਕੰਮਲ ਟੀਕਾਕਰਨ ਜ਼ਰੂਰ ਕਰਵਾ ਲੈਣ। ਇਸ ਐਡਵਾਈਜ਼ਰੀ ਦੇ ਵਿੱਚ ਲਿਖਿਆ ਗਿਆ ਹੈ ਕਿ ਭਾਵੇਂ ਤੁਸੀਂ ਮੁਕੰਮਲ ਟੀਕਾਕਰਨ ਕਰਵਾਇਆ ਹੋਇਆ ਹੈ ਅਤੇ ਇਸ ਗੰਭੀਰ ਬਿਮਾਰੀ ਤੋਂ ਪੂਰੀ ਤਰ੍ਹਾਂ ਮਹਿਫੂਜ਼ ਹੋ, ਫਿਰ ਵੀ ਸਾਵਧਾਨ ਰਹੋ। ਤੁਹਾਨੂੰ ਅਜੇ ਵੀ ਉਸ ਵਾਇਰਸ ਦੇ ਕਾਰਨ ਖਤਰਾ ਹੋ ਸਕਦਾ ਹੈ ਜਿਸ ਤੋਂ COVID-19 ਹੁੰਦਾ ਹੈ। ਜੇ ਤੁਸੀਂ ਟੀਕਾਕਰਨ ਨਹੀਂ ਕਰਵਾਇਆ ਹੋਇਆ ਤਾਂ ਤੁਹਾਨੂੰ COVID-19 ਵਾਇਰਸ ਹੋਣ ਦਾ ਖਤਰਾ ਜ਼ਿਆਦਾ ਹੈ ਅਤੇ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਟਰੈਵਲ ਕਰਦੇ ਸਮੇਂ ਇਹ ਵਾਇਰਸ ਫੈਲਾ ਵੀ ਸਕਦੇ ਹੋ। ਅਜਿਹੀ ਸੂਰਤ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਗੈਰ ਜ਼ਰੂਰੀ ਇੰਟਰਨੈਸ਼ਨਲ ਟਰੈਵਲ ਤੋਂ ਬਚਣਾ ਚਾਹੀਦਾ ਹੈ। ਇਸ ਅਪਡੇਟ ਕੀਤੇ ਗਏ ਨੋਟਿਸ ਦੇ ਵਿੱਚ ਟਰੈਵਲਰਸ ਨੂੰ ਆਪਣੀ ਮੰਜ਼ਿਲ ਦੇ ਉੱਤੇ COVID-19 ਹਾਲਾਤ ਦੇ ਬਾਰੇ ਅਪਡੇਟ ਰਹਿਣ ਦੇ ਲਈ ਆਖਿਆ ਗਿਆ ਅਤੇ ਹਰ ਤਰ੍ਹਾਂ ਦੇ ਲੋਕਲ ਪਬਲਿਕ ਹੈਲਥ ਮਾਪਦੰਡ ਪੂਰੇ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਭਾਵੇਂ ਸਰਕਾਰ ਦੇ ਕੋਲ ਕੌਮਾਂਤਰੀ ਟਰੈਵਲ ਖਿਲਾਫ ਕੋਈ ਸਲਾਹ ਨਹੀਂ ਹੈ, ਪਰ ਇੰਟਰਨੈਸ਼ਨਲ ਕਰੂਜ਼ ਦੇ ਉੱਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉਧਰ ontario ਦੇ ਵਿੱਚ ਰੈਸਟੋਰੈਂਟ ਤੇ ਜਿਮਸ ਦੇ ਲਈ ਤੈਅ ਕੀਤੀ ਗਈ ਕੈਪੈਸਿਟੀ ਲਿਮਿਟ ਅਗਲੇ ਹਫ਼ਤੇ ਤੋਂ ਹਟਾ ਲਈ ਜਾਵੇਗੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਪਾਬੰਦੀ ਸੋਮਵਾਰ ਤੋਂ ਹਟੇਗੀ। ਉਹਨਾਂ ਇਵੈਂਟ ਸਪੇਸਿਸ ਜਿਵੇਂ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੈ, ਉਸ ਤੋਂ ਵੀ ਪਾਬੰਦੀ ਹਟਾ ਲਈ ਜਾਵੇਗੀ। ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਪ੍ਰੀਮੀਅਰ ਫੋਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਪ੍ਰੋਵਿੰਸ ਦੇ ਮੌਜੂਦਾ ਰੀਓਪਨਿੰਗ ਫਰੇਮਵਰਕ ਤੋਂ ਅਗਾਂਹ ਦੀ ਯੋਜਨਾ ਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਕੈਬਨਿਟ ਦੇ ਨਾਲ ਮੁਲਾਕਾਤ ਕਰਨਗੇ। ਸੋਮਵਾਰ ਨੂੰ ਵਿੰਡਸਰ ਦੇ ਵਿੱਚ ਫੋਰਡ ਨੇ ਆਖਿਆ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਅੱਗੇ ਵਧਦਿਆਂ ਹੋਇਆਂ ਠੋਸ ਯੋਜਨਾ ਹੋਵੇ। ਅਸੀਂ ਇਸ ਵਾਰੀ ਮੁੜ ਅਰਥਚਾਰੇ ਨੂੰ ਠੱਪ ਨਹੀਂ ਕਰਨਾ ਚਾਹੁੰਦੇ। ਇੱਥੇ ਦੱਸਣਾ ਵੀ ਬਣਦਾ ਹੈ ਕਿ ਪ੍ਰੋਵਿੰਸ ਨੇ ਅਗਸਤ ਦੇ ਮੱਧ ਦੇ ਵਿੱਚ ਆਪਣੇ ਰੀਓਪਨਿੰਗ ਫਰੇਮਵਰਕ ਦੇ ਤੀਜੇ ਪੜਾਅ ਦੇ ਵਿੱਚੋਂ ਨਿਕਲਣ ਦੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਸੀ, ਕਿਉਂਕਿ ਉਸ ਸਮੇਂ ਅਚਾਨਕ ਚੌਥੀ ਵੇਵ ਨੇ ਜ਼ੋਰ ਫੜ ਲਿਆ ਸੀ। COVID-19 ਦੇ ਰੋਜ਼ਾਨਾ ਸਾਹਮਣੇ ਆਉਣ ਵਾਲੇ ਮਾਮਲਿਆਂ ਦੇ ਵਿੱਚ ਟਿਕਾ ਹੈ। 87% ਤੋਂ ਵੀ ਵੱਧ ontario ਵਾਸੀਆਂ ਨੂੰ ਵੈਕਸੀਨ ਦੀ ਘੱਟੋ-ਘੱਟ 1 ਡੋਜ਼ ਲਗਵਾ ਲਈ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਉਹ ਉੱਚ ਵੈਕਸੀਨੇਸ਼ਨ ਦਰਾਂ, ਸਥਿਰ ਪਬਲਿਕ ਹੈਲਥ ਇੰਡੀਕੇਟਰਸ ਅਤੇ ਵੈਕਸੀਨ ਸਰਟੀਫਿਕੇਟ ਨੀਤੀ ਦੇ ਕਾਰਨ ਹੀ ਤਬਦੀਲੀਆਂ ਕਰ ਰਿਹਾ ਹੈ। ਪਰ ਪ੍ਰੋਵਿੰਸ ਦਾ ਇਹ ਵੀ ਕਹਿਣਾ ਹੈ ਕਿ ਕੁਝ ਚੋਣਵੇਂ ਇਲਾਕਿਆਂ ਦੇ ਵਿੱਚ ਅਜੇ ਵੀ ਆਊਟਬ੍ਰੇਕ ਹੋ ਰਹੀ ਹੈ। ਪਿਛਲੇ ਹਫ਼ਤੇ ਕੁਝ ਬਿਜ਼ਨਸ ਗਰੁੱਪਸ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਖਤ ਇਤਰਾਜ਼ ਤੇ ਗੁੱਸਾ ਵੀ ਪ੍ਰਗਟਾਇਆ ਗਿਆ ਸੀ ਕਿ ਸਰਕਾਰ ਕੁਝ ਕਾਰੋਬਾਰੀਆਂ ਦੇ ਅਦਾਰੇ ਜਿੱਥੇ ਮੁਕੰਮਲ ਵੈਕਸੀਨੇਸ਼ਨ ਦੀ ਲੋੜ ਹੈ ਉਸ ਤੋਂ ਪਾਬੰਦੀਆਂ ਹਟਾ ਰਹੀ ਹੈ, ਜਦਕਿ ਬਾਕੀ ਤੋਂ ਖਤਮ ਹੋਣ ਜਾ ਰਹੇ ਨੇ। 23 ਅਕਤੂਬਰ ਨੂੰ ਖਤਮ ਹੋ ਜਾ ਰਹੇ ਨੇ। ਇਸ ਤੋਂ ਬਾਅਦ ਇਹਨਾਂ ਬੈਨੀਫਿਟਸ ਦੀ ਥਾਂ ਟਾਰਗੇਟ ਬੈਨੀਫਿਟ ਨੇ ਲੈ ਲੈਣੇ ਨੇ, ਜਿਨ੍ਹਾਂ ਰਾਹੀਂ ਉਹਨਾਂ ਵਿਅਕਤੀਆਂ ਦੀ ਹੀ ਮਦਦ ਕੀਤੀ ਜਾਵੇਗੀ COVID-19 ਲਾਕਡਾਊਨ ਦੇ ਕਾਰਨ ਜਿਨ੍ਹਾਂ ਦੇ ਕੰਮ ਦਾ ਨੁਕਸਾਨ ਹੋਇਆ ਹੋਵੇਗਾ। ਡਿਪਟੀ ਪ੍ਰਧਾਨ ਮੰਤਰੀ ਨੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਹੈ ਕਿ 24 ਅਕਤੂਬਰ ਤੋਂ ਕੈਨੇਡਾ ਵਰਕਰ ਲਾਕਡਾਊਨ ਬੈਨੀਫਿਟ ਸ਼ੁਰੂ ਹੋ ਜਾਣਗੇ ਤੇ ਇਸ ਤਹਿਤ ਲਾਕਡਾਊਨ ਦੇ ਕਾਰਨ ਜਿਨ੍ਹਾਂ ਵਰਕਰਸ ਦਾ ਨੁਕਸਾਨ ਹੋਇਆ ਹੋਵੇਗਾ ਉਹਨਾਂ ਨੂੰ ਹਫ਼ਤੇ ਦੇ $300 ਮੁਹੱਈਆ ਕਰਵਾਏ ਜਾਣਗੇ। ਫਰੀਲੈਂਡ ਨੇ ਵੀਰਵਾਰ ਨੂੰ ਆਖਿਆ ਕਿ ਆਉਣ ਵਾਲੇ ਮਹੀਨੇ ਦੇ ਵਿੱਚ ਲਾਕਡਾਊਨਸ ਲੱਗ ਸਕਦੇ ਨੇ, ਪਰ ਅਸੀਂ ਕੈਨੇਡੀਅਨਸ ਨੂੰ ਇਹ ਯਕੀਨ ਦਿਵਾਉਣਾ
ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਅਜਿਹੇ ਮਾਪਦੰਡ ਲਿਆਉਣ ਜਾ ਰਹੇ ਹਾਂ ਜਿਹੜੇ ਫੌਰੀ ਲਾਗੂ ਹੋਣਗੇ। CRB ਜਿਸ ਨੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਦੀ ਥਾਂ ਲੈ ਲਈ ਹੈ, ਉਹਨਾਂ ਦੇ ਵੱਲੋਂ ਅਜਿਹੇ ਵਿਅਕਤੀਆਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਗਈ ਹੈ ਜਿਹੜੇ ਕਿ COVID-19 ਦੇ ਨਾਲ ਸੰਬੰਧਿਤ ਕਾਰਨਾਂ ਦੇ ਕਰਕੇ ਬੇਰੁਜ਼ਗਾਰ ਜਾਂ ਫਿਰ ਸੈਲਫ ਇੰਪਲੋਇਡ ਨੇ ਤੇ ਜਾਂ ਫਿਰ ਜਿਨ੍ਹਾਂ ਦੀ ਹਫ਼ਤਾਵਾਰੀ ਆਮਦਨ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 50% ਦੀ ਕਮੀ ਆਈ ਹੈ। ਇਹ ਉਹਨਾਂ ਦੇ ਉੱਤੇ ਲਾਗੂ ਹੋਵੇਗੀ ਜਿਨ੍ਹਾਂ ਨੇ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟਸ ਹਾਸਲ ਨਹੀਂ ਹੋਏ। ਇਸ ਨੂੰ ਕੈਨੇਡਾ ਰੈਵਨਿਊ ਏਜੰਸੀ ਦੇ ਵੱਲੋਂ ਸੰਚਾਲਿਤ ਕੀਤਾ ਗਿਆ। ਇਸ ਨਾਲ ਫ੍ਰੀਲੈਂਡ ਦੇ ਵੱਲੋਂ ਬਿਜ਼ਨਸ ਦੇ ਲਈ ਮਹਾਮਾਰੀ ਸੰਬੰਧੀ ਹੋਰ ਬੈਨੀਫਿਟਸ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਵੀ ਐਲਾਨ ਕੀਤਾ ਗਿਆ। ਉਧਰ COVID-19 ਰੋਕੂ ਟੀਕਿਆਂ ਦੀਆਂ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਨੂੰ ਪਾਰ ਕਰ ਚੁੱਕੀ ਹੈ ਅਤੇ ਅਜਿਹਾ ਕਰਕੇ ਭਾਰਤ ਦੇ ਇਤਿਹਾਸ ਰਚਨ ਤੋਂ ਬਾਅਦ ਵੀਰਵਾਰ ਨੂੰ WHO ਦੇ ਮੁਖੀ ਅਤੇ ਇਜ਼ਰਾਈਲ, ਅਮਰੀਕਾ ਤੇ ਸ਼੍ਰੀਲੰਕਾ ਦੀ ਲੀਡਰਸ਼ਿਪ ਨੂੰ ਵੀ ਵਧਾਈ ਮਿਲੀ ਹੈ। WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਗੈਬ੍ਰੇਸਸ ਨੇ ਟਵੀਟ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਗਿਆਨੀਆਂ ਸਹਿਤ ਕਰਮਚਾਰੀਆਂ ਅਤੇ ਭਾਰਤ ਦੇ ਲੋਕਾਂ ਨੂੰ COVID-19 ਤੋਂ ਸੰਵੇਦਨਸ਼ੀਲ ਆਬਾਦੀ ਨੂੰ ਬਚਾਉਣ ਅਤੇ ਟੀਕਿਆਂ ਦੀ ਬਰਾਬਰ ਵੰਡ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਉਹਨਾਂ ਦੇ ਯਤਨਾਂ ਦੇ ਲਈ ਉਹਨਾਂ ਨੂੰ ਵਧਾਈ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਵੀਰਵਾਰ ਨੂੰ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤੀਆਂ ਨੇ ਹੁਣ ਤੱਕ 1 ਅਰਬ ਤੋਂ ਵੱਧ ਖੁਰਾਕਾਂ ਦੇਣ ਸੰਬੰਧੀ ਸਫਲ COVID-19 ਟੀਕਾਕਰਨ ਮੁਹਿੰਮ ਦੀ ਲੀਡਰਸ਼ਿਪ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ। ਉਹਨਾਂ ਨੇ ਕਿਹਾ ਕਿ ਜੀਵਨ ਬਚਾਉਣ ਵਾਲੇ ਟੀਕੇ ਵਿਸ਼ਵ ਵਿਆਪੀ ਮਹਾਮਾਰੀ ਨੂੰ ਹਰਾਉਣ ਦੇ ਵਿੱਚ ਸਾਡੀਆਂ ਸਾਰਿਆਂ ਦੀਆਂ ਸਹਾਇਤਾ ਕਰ ਰਹੇ ਨੇ। ਅਮਰੀਕਾ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਵੀ ਭਾਰਤ ਨੂੰ ਵਧਾਈ ਦਿੱਤੀ ਹੈ ਅਤੇ ਨਿਰਯਾਤ ਅਤੇ ਦੁਨੀਆ ਭਰ ਦੇ ਵਿੱਚ ਇਸ ਦੀ ਵਰਤੋਂ ਦੇ ਲਈ ਟੀਕੇ ਦੇ ਉਤਪਾਦਨ ਦੇ ਵਿੱਚ ਤੇਜ਼ੀ ਲਿਆਉਣ ਦੀ ਉਸ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਭਾਰਤ ਨੂੰ COVID-19 ਟੀਕੇ ਦੀਆਂ 1 ਅਰਬ ਤੋਂ ਵੱਧ ਖੁਰਾਕਾਂ ਦੇਣ ਦੇ ਲਈ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਅਸੀਂ ਨਿਰਯਾਤ ਅਤੇ ਵਿਸ਼ਵ ਵਿਆਪੀ ਵਰਤੋਂ ਦੇ ਲਈ ਟੀਕੇ ਦੇ ਉਤਪਾਦਨ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਭਾਰਤ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ। ਭੂਟਾਨ ਦੇ ਪ੍ਰਧਾਨ ਮੰਤਰੀ ਡਾਕਟਰ ਲੋਟੇ ਸ਼ੈਰਿੰਗ ਨੇ ਕਿਹਾ ਕਿ ਇਹ ਨਾ ਸਿਰਫ ਭਾਰਤ ਦੇ ਲਈ ਸਗੋਂ ਵਿਸ਼ਵ ਦੇ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਨੇ ਟਵੀਟ ਕਰਦਿਆਂ ਹੋਇਆਂ ਕਿਹਾ ਕਿ ਭੂਟਾਨ ਦੇ ਲੋਕਾਂ ਦੀ ਤਰਫੋਂ ਮੈਂ ਭਾਰਤ ਨੂੰ ਵਧਾਈ ਦਿੰਦਾ ਹਾਂ। ਵਿਦੇਸ਼ ਮੰਤਰਾਲੇ ਨੇ ਸ਼ੇਰਿੰਗ ਨੇ ਉਹਨਾਂ ਦੀਆਂ ਸ਼ੁਭਕਾਮਨਾਵਾਂ ਅਤੇ ਵੈਕਸੀਨ ਫਰੈਂਡਸ਼ਿਪ ਪਹਿਲਕਦਮੀ ਦੀ ਸ਼ਲਾਘਾ ਕਰਨ ਦੇ ਲਈ ਉਹਨਾਂ ਦੀ ਧੰਨਵਾਦ ਵੀ ਕੀਤਾ। ਇਹ ਭਾਰਤ ਸਰਕਾਰ ਦੁਆਰਾ ਵਿਸ਼ਵ ਭਰ ਦੇ ਦੇਸ਼ਾਂ ਨੂੰ COVID-19 ਟੀਕਾ ਮੁਹੱਈਆ ਕਰਵਾਉਣ ਦੇ ਲਈ ਸ਼ੁਰੂ ਕੀਤੀ ਗਈ ਇੱਕ ਮੁੱਖ ਨੁਕਤਾਵਾਦੀ ਪਹਿਲ ਹੈ। ਸਰਕਾਰ ਨੇ 20 ਜਨਵਰੀ ਨੂੰ ਟੀਕਾਕਰਨ ਮੁਹੱਈਆ ਜਿਹੜਾ ਹੈ ਸ਼ੁਰੂ ਕਰ ਦਿੱਤਾ ਸੀ। ਭਾਰਤ ਨੇ ਹੁਣ ਤੱਕ 95 ਦੇਸ਼ਾਂ ਨੂੰ ਟੀਕੇ ਦੀਆਂ 6.63 ਕਰੋੜ ਖੁਰਾਕਾਂ ਉਪਲਬਧ ਵੀ ਕਰਵਾਈਆਂ ਨੇ, ਜਿਨ੍ਹਾਂ ਦੇ ਵਿੱਚ ਕੈਨੇਡਾ, UK, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਬ੍ਰਾਜ਼ੀਲ, ਨੇਪਾਲ, ਦੱਖਣੀ ਅਫਰੀਕਾ, ਯੂਕਰੇਨ ਅਤੇ ਬਹਿਰੀਨ ਸ਼ਾਮਲ ਨੇ। ਭੂਟਾਨ ਦੇ ਵਿਦੇਸ਼ ਮੰਤਰੀ ਤਾਂਦੀ ਦੌਰਜੀ ਨੇ ਵੀ ਭਾਰਤ ਨੂੰ 1 ਅਰਬ ਕੋਵਿਡ ਟੀਕਾਕਰਨ ਕਰਨ ਦੇ ਲਈ ਵੀ ਵਧਾਈ ਦਿੱਤੀ ਸੀ। ਉਹਨਾਂ ਨੇ ਟਵੀਟ ਕੀਤਾ ਤੇ ਕਿਹਾ ਕਿ ਇੱਕ ਇਤਿਹਾਸਕ ਉਪਲਬਧੀ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਸ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ, ਡਾਕਟਰੀ ਭਾਈਚਾਰੇ ਅਤੇ ਭਾਰਤ ਦੇ ਫਰੰਟਲਾਈਨ ਕਰਮਚਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਨੇ ਟਵੀਟ ਕੀਤਾ ਤੇ ਕਿਹਾ ਕਿ ਅੱਗੇ ਦਾ ਰਸਤਾ ਅਤੇ ਸੁਰੱਖਿਅਤ ਰਹਿਣਾ ਸਫਲ ਟੀਕਾਕਰਨ ਤੇ ਨਿਰਭਰ ਕਰਦਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਤੇ ਬਹੁਤ-ਬਹੁਤ ਵਧਾਈ। ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਚ ਟੀਕਾਕਰਨ ਮੁਹਿੰਮ ਦੋਵਾਂ ਦਿਸ਼ਾਵਾਂ ਦੇ ਵਿੱਚ ਯਾਤਰਾ ਨੂੰ ਉਤਸ਼ਾਹਿਤ ਕਰੇਗੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਦੀ ਨਿਰਸਵਾਰਥ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਜੈਸ਼ੰਕਰ ਇਜ਼ਰਾਈਲ ਦੇ 5 ਦਿਨਾਂ ਦੇ ਦੌਰੇ ਤੇ ਗਏ ਹੋਏ ਨੇ। ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਦੇਸ਼ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇੱਕ ਦਿਨ ਪਹਿਲਾਂ ਦੇਸ਼ ਦੇ ਵਿੱਚ COVID-19 ਰੋਕੂ ਟੀਕਿਆਂ ਦੀਆਂ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ 100 ਕਰੋੜ ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਇੱਕ ਲੇਖ ਦੇ ਵਿੱਚ ਇਸ ਪ੍ਰਾਪਤੀ ਨੂੰ ਇਤਿਹਾਸ ਸਿਰਜਣਾ ਦੱਸਿਆ। ਉਹਨਾਂ ਨੇ ਭਾਰਤ ਦੀ COVID-19 ਰੋਕੂ ਟੀਕਾਕਰਨ ਮੁਹਿੰਮ ਨੂੰ ਚਿੰਤਾ ਤੋਂ ਭਰੋਸਾ ਤੱਕ ਦੀ ਯਾਤਰਾ ਦੱਸਿਆ, ਜਿਸ ਦੇ ਦੇਸ਼ ਨੂੰ ਮਜ਼ਬੂਤ ਬਣਾਇਆ ਹੈ ਅਤੇ ਨਾਲ ਹੀ ਨਾਲ ਇਸ ਦੀ ਸਫਲਤਾ ਦਾ ਸਿਹਰਾ ਟੀਕਿਆਂ ਦੇ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਦਿੱਤਾ ਹੈ। ਦੱਸਣਯੋਗ ਹੈ ਕਿ ਦੇਸ਼ ਦੇ ਵਿੱਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ ਅਤੇ ਇਸ ਦੇ ਪਹਿਲੇ ਪੜਾਅ ਦੇ ਵਿੱਚ ਸਿਹਤ ਕਰਮੀਆਂ ਨੂੰ ਟੀਕੇ ਲਗਾਏ ਗਏ ਸਨ। ਇਸ ਤੋਂ ਬਾਅਦ 2 ਫਰਵਰੀ ਨੂੰ ਮੋਹਰੀ ਮੋਰਚੇ ਦੇ ਕਰਮਚਾਰੀਆਂ ਦੇ ਟੀਕੇ ਲੱਗਣੇ ਸ਼ੁਰੂ ਹੋਏ ਸਨ। ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹੋਇਆ, ਜਿਸ ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਤੇ ਗੰਭੀਰ ਬਿਮਾਰੀਆਂ ਨਾਲ ਪੀੜਿਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਗਾਉਣੇ ਸ਼ੁਰੂ ਕੀਤੇ ਗਏ ਸਨ। ਦੇਸ਼ ਦੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੀ ਟੀਕਾਕਰਨ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਸੀ ਅਤੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ 1 ਮਈ ਤੋਂ ਸ਼ੁਰੂ ਹੋਇਆ ਸੀ। ਕਰੋਨਾ ਰੋਕੂ ਟੀਕਿਆਂ ਦੀ ਹੁਣ ਤੱਕ ਦਿੱਤੀਆਂ ਗਈਆਂ ਖੁਰਾਕਾਂ ਦੀ ਗਿਣਤੀ ਵੀਰਵਾਰ ਨੂੰ 100 ਕਰੋੜ ਦੇ ਪਾਰ ਪਹੁੰਚ ਗਈ ਹੈ। ਉਧਰ ਸਿੰਘੂ ਬਾਰਡਰ ਤੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਲੱਤ ਤੋੜਨ ਦੇ ਦੋਸ਼ ਦੇ ਵਿੱਚ ਨਿਹੰਗ ਨਵੀਨ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋਨੀਪਤ ਪੁਲਿਸ ਦੇ ਵੱਲੋਂ ਨਿਹੰਗ ਦੇ ਖਿਲਾਫ FIR ਵੀ ਦਰਜ ਕਰ ਲਈ ਗਈ ਹੈ। ਬੀਤੇ ਦਿਨੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਸਿੰਘੂ ਬਾਰਡਰ ਤੇ ਬਾਬਾ ਅਮਨ ਸਿੰਘ ਦੀ ਟੀਮ ਦੇ ਮੈਂਬਰ ਨਿਹੰਗ ਨਵੀਨ ਸੰਧੂ ਨੇ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਸਿੰਘੂ ਸਰਹੱਦ ਤੇ ਕੁੱਕੜ ਸਪਲਾਈ ਕਰਨ ਵਾਲੇ ਇੱਕ ਮਜ਼ਦੂਰ ਦੀ ਲੱਤ ਤੋੜ ਦਿੱਤੀ ਸੀ। ਮਜ਼ਦੂਰ ਦੀ ਪਛਾਣ ਮਨੋਜ ਪਾਸਵਾਨ ਦੇ ਵਜੋਂ ਕੀਤੀ ਗਈ ਹੈ। ਉਹ ਬਿਹਾਰ ਦਾ ਰਹਿਣ ਵਾਲਾ ਹੈ। ਨਵੀਨ ਸੰਧੂ ਨੇ ਪਹਿਲਾਂ ਮਨੋਜ ਪਾਸਵਾਨ ਤੋਂ ਕੁੱਕੜ ਮੰਗਿਆ ਤੇ ਜਦੋਂ ਉਸਨੇ ਦੇਣ ਤੋਂ ਮਨਾ ਕਰ ਦਿੱਤਾ ਤੇ ਉਸਨੇ ਡੰਡਿਆਂ ਦੇ ਨਾਲ ਕੁੱਟ ਕੇ ਉਸਦੀ ਲੱਤ ਤੋੜ ਦਿੱਤੀ। ਨਿਹੰਗ ਮਜ਼ਦੂਰ ਮਨੋਜ ਪਾਸਵਾਨ ਦੀ ਲੱਤ ਟੁੱਟਣ ਤੋਂ ਬਾਅਦ ਸੋਨੀਪਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਮਨੋਜ ਪਾਸਵਾਨ ਦੇ 2 ਵੀਡੀਓ ਵੀ ਸਾਹਮਣੇ ਆ ਚੁੱਕੇ ਨੇ। ਪਹਿਲਾ ਵੀਡੀਓ 39 ਸੈਕਿੰਡ ਦਾ ਹੈ ਜੋ ਕਿ ਸਿੰਘੂ ਬਾਰਡਰ ਤੇ ਹੈ। ਇਸ ਦੇ
ਵਿੱਚ ਜ਼ਮੀਨ ਤੇ ਬੈਠਾ ਮਨੋਜ ਦੱਸ ਰਿਹਾ ਹੈ ਕਿ ਉਹ ਆਪਣੀ ਰਿਕਸ਼ਾ ਦੇ ਵਿੱਚ ਕੁੰਡਲੀ ਅਤੇ ਨੇੜਲੇ ਪਿੰਡਾਂ ਨੂੰ ਕੁੱਕੜ ਸਪਲਾਈ ਕਰਨ ਜਾ ਰਿਹਾ ਸੀ। ਉਧਰ ਪੰਜਾਬ ਕਾਂਗਰਸ ਵਿਚਲਾ ਘਮਾਸਾਨ ਤੇਜ਼ ਹੁੰਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫਾ ਦੇਣ ਤੋਂ ਬਾਅਦ ਇੰਜ ਲੱਗ ਰਿਹਾ ਹੈ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ, ਪਰ ਇਸ ਦੇ ਉਲਟ ਸਮੱਸਿਆਵਾਂ ਹੋਰ ਵੀ ਜਟਲ ਹੁੰਦੀਆਂ ਜਾ ਰਹੀਆਂ ਨੇ। ਪੰਜਾਬ ਕਾਂਗਰਸ ਦੇ ਵਿਚਲਾ ਹੁਣ ਸਭ ਤੋਂ ਚਰਚਿਤ ਮਾਮਲਾ ਕੈਪਟਨ ਸੰਦੀਪ ਸੰਧੂ ਅਤੇ ਮੰਤਰੀ ਪ੍ਰਗਟ ਸਿੰਘ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਦੋਂ ਸੰਦੀਪ ਸੰਧੂ ਉਹਨਾਂ ਦੇ ਸਲਾਹਕਾਰ ਦੇ ਵਜੋਂ ਕੰਮ ਕਰ ਰਹੇ ਸਨ। ਪ੍ਰਗਟ ਸਿੰਘ ਨੇ ਉਦੋਂ ਸੰਧੂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਪ੍ਰਗਟ ਸਿੰਘ ਨੇ ਸੰਧੂ ਤੇ ਇਲਜ਼ਾਮ ਲਗਾਇਆ ਸੀ ਕਿ ਕੈਪਟਨ ਸੰਦੀਪ ਸੰਧੂ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ, ਪਰ ਹੁਣ ਪ੍ਰਗਟ ਸਿੰਘ ਸੰਦੀਪ ਸੰਧੂ ਦੇ ਸਮਰਥਨ ਦੇ ਵਿੱਚ ਰੈਲੀ ਕਰਨ ਦੇ ਲਈ ਲੁਧਿਆਣਾ ਦੇ ਦਾਖਾ ਵਿਧਾਨ ਸਭਾ ਹਲਕੇ ਤੇ ਪਹੁੰਚ ਗਏ। ਪ੍ਰਗਟ ਸਿੰਘ ਦੇ ਵੱਲੋਂ ਲਗਾਤਾਰ ਦੋਸ਼ ਲਗਾਏ ਜਾਂਦੇ ਰਹੇ ਕਿ ਸੰਦੀਪ ਸੰਧੂ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ। ਕੈਪਟਨ ਸੰਧੂ ਨੂੰ ਅਮਰਿੰਦਰ ਦਾ ਕਰੀਬੀ ਮੰਨਿਆ ਜਾਂਦਾ ਸੀ, ਪਰ ਉਦੋਂ ਸੰਧੂ ਨੇ ਪ੍ਰਗਟ ਸਿੰਘ ਦੇ ਇਹਨਾਂ ਇਲਜ਼ਾਮਾਂ ਦਾ ਕੋਈ ਜਵਾਬ ਨਹੀਂ ਦਿੱਤਾ। ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਸੰਦੀਪ ਸੰਧੂ ਨੇ ਵੀ ਅਸਤੀਫਾ ਦੇ ਦਿੱਤਾ ਤੇ ਇਹ ਚਰਚਾ ਸੀ ਕਿ ਹੁਣ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਮੁਸ਼ਕਲ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਰਹਿਣਗੇ ਅਤੇ ਅਮਰਿੰਦਰ ਦੀ ਨਵੀਂ ਪਾਰਟੀ ਦਾ ਹਿੱਸਾ ਬਣਨਗੇ। ਪਰ ਇਸ ਦੇ ਉਲਟ ਸੰਦੀਪ ਸੰਧੂ ਨੇ ਉਹਨਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਆਏ। ਉਧਰ ਪੰਜਾਬ ਦਾ ਜ਼ਿਲ੍ਹਾ ਜਲੰਧਰ ਦੇ ਵਿੱਚ ਕਰੋਨਾ ਦਾ ਕਹਿਰ ਅਜੇ ਤੱਕ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਸੀ ਕਿ ਡੇਂਗੂ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਵੀਰਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਥੇ ਡੇਂਗੂ ਦੇ 12 ਨਵੇਂ ਕੇਸ ਮਿਲੇ, ਉੱਥੇ ਹੀ 3 ਲੋਕਾਂ ਦੀ ਕਰੋਨਾ ਰਿਪੋਰਟ ਵੀ ਪੋਜ਼ਿਟਿਵ ਆਈ ਹੈ। ਜ਼ਿਲ੍ਹਾ ਐਪੀਡੋਲੋਜਿਸਟ ਡਾਕਟਰ ਅਦਿੱਤਿਆ ਨੇ ਦੱਸਿਆ ਹੈ ਕਿ ਵਿਭਾਗ ਨੇ ਜਿਹੜੇ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਸਨ, ਉਹਨਾਂ ਦੇ ਵਿੱਚੋਂ 12 ਦੀ ਰਿਪੋਰਟ ਪੋਜ਼ਿਟਿਵ ਪ੍ਰਾਪਤ ਹੋਈ ਹੈ ਤੇ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 178 ਤੇ ਪਹੁੰਚ ਗਈ ਹੈ। ਉਹਨਾਂ ਨੇ ਦੱਸਿਆ ਕਿ ਵੀਰਵਾਰ ਨੂੰ ਮਿਲਣ ਵਾਲੇ 12 ਪੋਜ਼ਿਟਿਵ ਮਰੀਜ਼ਾਂ ਦੇ ਵਿੱਚੋਂ 5 ਸ਼ਹਿਰੀ ਅਤੇ 7 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਨੇ। ਦੂਜੇ ਪਾਸੇ ਸਿਹਤ ਵਿਭਾਗ ਨੂੰ ਵੀਰਵਾਰ 3 ਲੋਕਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਪ੍ਰਾਪਤ ਹੋਈ ਹੈ ਤੇ ਇਹ ਤਿੰਨੋਂ ਜ਼ਿਲ੍ਹੇ ਦੇ ਰਹਿਣ ਵਾਲੇ ਪਾਏ ਗਏ। ਇਸ ਦੇ ਨਾਲ ਹੀ 3585 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਵਿੱਚੋਂ ਇੱਕ ਹੋਰ ਰਿਕਵਰ ਵੀ ਹੋ ਗਿਆ। ਵਿਭਾਗ ਦੀਆਂ ਟੀਮਾਂ ਨੇ ਕਰੋਨਾ ਦੀ ਪੁਸ਼ਟੀ ਕਰਨ ਦੇ ਲਈ 2157 ਹੋਰ ਸੈਂਪਲ ਲਏ ਨੇ। ਹੁਣ ਤੱਕ ਸੈਂਪਲ 17,15,933 ਨੈਗੇਟਿਵ ਆਏ ਨੇ ਤੇ 15,82,244 ਪੋਜ਼ਿਟਿਵ ਆਏ ਨੇ। 63,364 ਡਿਸਚਾਰਜ ਹੋਏ ਨੇ। 61,844 ਮੌਤਾਂ ਹੋਈਆਂ ਨੇ। 1,495 ਐਕਟਿਵ ਕੇਸ ਨੇ ਅਤੇ 25 ਕਰੋਨਾ ਤੇ ਕਾਬੂ ਪਾਉਣ ਦੇ ਲਈ ਜਾਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲ੍ਹੇ ਦੇ ਵਿੱਚ 10,000 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਅਤੇ ਕੁਝ ਕੈਂਪਾਂ ਦੇ ਵਿੱਚ ਜਿਹੜੇ 10,000 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ, ਉਹਨਾਂ ਦੇ ਵਿੱਚੋਂ ਕੁਝ ਨੂੰ ਕੋਵਿਸ਼ੀਲਡ ਦੀ ਪਹਿਲੀ ਅਤੇ ਵਧੇਰੇ ਨੂੰ ਦੂਜੀ ਡੋਜ਼ ਲੱਗੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਅਧਿਕਾਰੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸਾਰੇ ਆਪਣੀ ਡਿਊਟੀ ਠੀਕ ਢੰਗ ਦੇ ਨਾਲ ਨਿਭਾਉਣ, ਨਹੀਂ ਤਾਂ ਤਬਾਦਲੇ ਦੇ ਲਈ ਤਿਆਰ ਰਹਿਣ। ਚੰਨੀ ਨੇ ਪੁਲਿਸ ਫੋਰਸ ਨੂੰ ਪੂਰੇ ਸੂਬੇ ਦੇ ਵਿੱਚ ਪੁਲਿਸ ਦੇ ਕੰਮਕਾਜ ਦੇ ਵਿੱਚ ਹੋਰ ਜ਼ਿਆਦਾ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਲਈ ਕਿਹਾ, ਜਿਸ ਦੇ ਨਾਲ ਅਮਨ ਕਾਨੂੰਨ ਦੀ ਵਿਵਸਥਾ ਦੇ ਵਿੱਚ ਆਮ ਲੋਕਾਂ ਦਾ ਭਰੋਸਾ ਪੈਦਾ ਕੀਤਾ ਜਾ ਸਕੇ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਪਹਿਲੀ ਵਾਰ ਸਮੂਹਿਕ ਬੈਠਕ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਪੁਲਿਸ ਫੋਰਸ ਨੂੰ ਭ੍ਰਿਸ਼ਟਾਚਾਰ ਤੇ ਨੁਕੇਲ ਕਸਣ, ਨਸ਼ਿਆਂ ਦੀ ਸਪਲਾਈ ਲਾਈਨ ਤੋੜਨ, ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਖਤਮ ਕਰਨ ਅਤੇ ਰੇਤ ਮਾਫੀਆ ਦੇ ਨਾਲ ਸਖਤੀ ਦੇ ਨਾਲ ਨਿਪਟਣ ਦੇ ਲਈ ਇਕਜੁੱਟ ਹੋ ਕੇ ਕੰਮ ਕਰਨ ਦੇ ਲਈ ਕਿਹਾ। ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਬਣਾਉਣ ਵਾਲੇ ਨਸ਼ਾ ਸਮਗਲਰਾਂ ਦੀ ਪਹਿਚਾਣ ਕਰਨ ਦੇ ਲਈ ਪੁਲਿਸ ਨੂੰ ਉਚਿਤ ਪ੍ਰਣਾਲੀ ਵਿਕਸਿਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਦੀਵਾਲੀ ਦੇ ਤਿਉਹਾਰ ਦੇ ਮੌਕੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਲਗਾ ਕੇ ਸਮਾਨ ਵੇਚਣ ਵਾਲਿਆਂ ਨੂੰ ਲਾਇਸੈਂਸ ਦੇ ਨਾਮ ਤੇ ਪੈਸੇ ਮੰਗ ਕੇ ਪੁਲਿਸ ਦੇ ਵੱਲੋਂ ਬੇਲੋੜਾ ਤੰਗ ਨਾ ਕੀਤਾ ਜਾਣ ਲਈ ਕਿਹਾ ਗਿਆ। ਉਧਰ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਚੱਲ ਰਹੀ ਖਿੱਚੋਤਾਣ ਦੇ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਉੱਤੇ ਵੱਡਾ ਹਮਲਾ ਕੀਤਾ। ਕੈਪਟਨ ਨੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਹਰੀਸ਼ ਰਾਵਤ ਨੂੰ ਲੰਬੇ ਹੱਥੀ ਲਿਆ। ਹਰੀਸ਼ ਰਾਵਤ ਨੇ ਬੁੱਧਵਾਰ ਇੱਕ ਟਵੀਟ ਕੀਤਾ ਸੀ, ਜਿਸ ਦੇ ਵਿੱਚ ਕੈਪਟਨ ਤੇ ਭਾਜਪਾ ਦੇ ਨਾਲ ਹੱਥ ਮਿਲਾਉਣ ਨੂੰ ਲੈ ਕੇ ਕਈ ਤਰ੍ਹਾਂ ਦੇ ਉਹਨਾਂ ਨੇ ਸਵਾਲ ਖੜੇ ਕੀਤੇ ਸਨ। ਇਸ ਦਾ ਜਵਾਬ ਦਿੰਦਿਆਂ ਹੋਇਆਂ ਕੈਪਟਨ ਨੇ ਕਿਹਾ ਕਿ ਹਰੀਸ਼ ਰਾਵਤ ਨੂੰ ਧਰਮ ਨਿਰਪੱਖਤਾ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੈਪਟਨ ਨੇ ਕਿਹਾ ਕਿ ਸ਼ਾਇਦ ਹਰੀਸ਼ ਰਾਵਤ ਭੁੱਲ ਗਏ ਨੇ ਕਿ ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਜੁਆਇਨ ਕਰਵਾਈ ਸੀ, ਜਦਕਿ ਉਹ 14 ਸਾਲ ਭਾਜਪਾ ਦੇ ਨਾਲ ਰਹਿ ਕੇ ਆਏ ਨੇ। ਉਹਨਾਂ ਨੇ ਕਿਹਾ ਕਿ ਨਾਨਾ ਪਟੋਲੇ ਤੋਂ ਆਰ ਰੈਡੀ ਵਰਗੇ ਲੋਕ RSS ਤੋਂ ਕਾਂਗਰਸ ਦੇ ਵਿੱਚ ਆਏ ਨੇ। ਪ੍ਰਗਟ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਵੀ 4 ਸਾਲ ਅਕਾਲੀ ਦਲ ਦੇ ਵਿੱਚ ਰਹੇ। ਕੈਪਟਨ ਨੇ ਅੱਗੇ ਵੀ ਕਿਹਾ ਕਿ ਅੱਜ ਉਹਨਾਂ ਨੇ ਅਕਾਲੀ ਦਲ ਦੇ ਨਾਲ ਸਹਿਯੋਗ ਦੇ ਦੋਸ਼ ਲਗਾ ਰਹੇ ਨੇ, ਜਦਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਉਹਨਾਂ ਨੇ 10 ਸਾਲ ਤੱਕ ਅਦਾਲਤ ਦੇ ਕੇਸ ਭੁਗਤੇ ਨੇ ਅਤੇ ਜੇ ਅਜਿਹੀ ਸਥਿਤੀ ਰਹੀ ਤਾਂ ਉਹ ਪੰਜਾਬ ਦੇ ਵਿੱਚ ਕਾਂਗਰਸ 2017 ਦੇ ਵਿੱਚ ਜਿੱਤ ਕਿਵੇਂ ਦਿਵਾਉਣਗੇ। ਸਵਾਲ ਖੜਾ ਕਰਦਿਆਂ ਕੈਪਟਨ ਨੇ ਕਿਹਾ ਹੈ ਕਿ ਹਰੀਸ਼ ਰਾਵਤ ਨੂੰ ਲੱਗਦਾ ਹੈ ਕਿ ਉਹ ਕਾਂਗਰਸ ਨੂੰ ਡੈਮੇਜ ਕਰ ਰਹੇ ਨੇ, ਪਰ ਖੁਦ ਕਾਂਗਰਸ ਨੇ ਉਹਨਾਂ ਉੱਤੇ ਵਿਸ਼ਵਾਸ ਨਾ ਕਰਕੇ ਸਿੱਧੂ ਵਰਗੇ ਸਥਿਰ ਵਿਅਕਤੀ ਦੇ ਹੱਥ ਕਮਾਨ ਸੌਂਪ ਦਿੱਤੀ ਹੈ, ਜਿਸ ਦੇ ਨਾਲ ਕਾਂਗਰਸ ਦਾ ਨੁਕਸਾਨ ਹੋਇਆ ਹੈ।
ਉਧਰ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਅੱਜ ਦੇ ਵਾਧੇ ਤੋਂ ਬਾਅਦ ਮੁੰਬਈ ਦੇ ਵਿੱਚ ਪੈਟਰੋਲ 112 ਰੁਪਏ 78 ਪੈਸੇ ਰੁਪਏ ਅਤੇ ਡੀਜ਼ਲ 103 ਰੁਪਏ 68 ਪੈਸੇ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਵਿੱਚ ਵੀ ਪੈਟਰੋਲ ਸਭ ਤੋਂ ਮਹਿੰਗਾ 115 ਰੁਪਏ 54 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 104 ਰੁਪਏ 99 ਪੈਸੇ ਪ੍ਰਤੀ ਲੀਟਰ ਪੈਟਰੋਲ ਪਹੁੰਚ ਚੁੱਕਾ ਹੈ। ਬੰਗਲੌਰ ਦੇ ਵਿੱਚ ਪੈਟਰੋਲ 110 ਰੁਪਏ 61 ਰੁਪਏ ਤੇ ਡੀਜ਼ਲ 101 ਰੁਪਏ 49 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ। ਪੈਟਰੋਲ ਦੇ ਨਾਲ ਡੀਜ਼ਲ ਨੇ ਵੀ ਰਾਂਚੀ ਦੇ ਵਿੱਚ ਸੈਂਕੜਾ ਲਗਾਇਆ ਹੈ। ਪੈਟਰੋਲ ਦੀ ਕੀਮਤ 101 ਰੁਪਏ 23 ਰੁਪਏ ਅਤੇ ਡੀਜ਼ਲ ਦੀ ਕੀਮਤ 100 ਰੁਪਏ 90 ਪੈਸੇ ਪ੍ਰਤੀ ਲੀਟਰ ਤੇ ਪਹੁੰਚ ਚੁੱਕੀ ਹੈ। ਨੋਇਡਾ, ਦਿੱਲੀ, ਐਨਸੀਆਰ ਦੇ ਵਿੱਚ ਪੈਟਰੋਲ ਦੀ ਕੀਮਤ 104 ਰੁਪਏ 08 ਰੁਪਏ ਤੇ ਡੀਜ਼ਲ ਦੀ ਕੀਮਤ 96.26 ਪੈਸੇ ਪ੍ਰਤੀ ਲੀਟਰ ਦੀ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ 7 ਦੇ ਨਾਲ।